ਹੈਲੋ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਕਨੈਕਟ ਐਫਐਮ ਕੈਨੇਡਾ ਤੇ ਮੈਂ ਹਾਂ ਐਵੀ ਗਾਬਾ। ਤੇ ਪੰਜਾਬੀ ਸਿਨੇਮਾ ਦਾ ਗ੍ਰਾਫ ਹੁਣ ਹੌਲੀ ਹੌਲੀ ਉੱਪਰ ਹੋ ਰਿਹਾ ਹੈ। ਕੁਝ ਫਿਲਮਾਂ ਨੇ ਇਹ ਪ੍ਰੂਫ ਕਰ ਦਿੱਤਾ ਸੀਗਾ ਤੇ ਆਉਣ ਵਾਲੀਆਂ ਕੁਝ ਫਿਲਮਾਂ ਇਸ ਨੂੰ ਹੋਰ ਉੱਪਰ ਲੈ ਕੇ ਜਾਣਗੀਆਂ। ਐਂਡ ਇੱਕ ਟ੍ਰੇਲਰ ਰਿਲੀਜ਼ ਹੋਇਆ ਜੂਨੀਅਰ ਦਾ। ਅਮੀਕ ਵਿਰਕ ਸਾਡੇ ਨਾਲ ਨੇ ਤੇ ਟ੍ਰੇਲਰ ਬਹੁਤ ਸੋਹਣਾ ਲੱਗਾ। ਭਾਜੀ ਕੀ ਹਾਲ ਚਾਲ ਹੈ ਜੀ? ਬਹੁਤ ਚੰਗਾ, ਤੁਸੀਂ ਸੁਣਾਓ ਜੀ? ਬਹੁਤ ਵਧੀਆ। ਅੱਛਾ, ਮੋੜ ਦੇ ਵਿੱਚ ਅਸੀਂ ਤੁਹਾਡਾ ਕੰਮ ਦੇਖਿਆ ਸੀਗਾ ਤੇ ਜਦੋਂ ਆਪਣੀ ਮੁਲਾਕਾਤ ਹੋਈ ਸੀਗੀ ਮੈਂ ਕਿਹਾ ਸੀਗਾ ਤੁਹਾਨੂੰ ਕਿ ਤੁਸੀਂ ਅੱਖਾਂ ਦੇ ਨਾਲ ਹੀ ਸਾਰੇ ਡਾਇਲੋਗ ਬੋਲ ਕੇ ਤੁਹਾਨੂੰ ਡਾਇਲੋਗ ਬੋਲਣ ਦੀ ਵੀ ਲੋੜ ਨਹੀਂ ਪਈ। ਤੇ ਇਸ ਟ੍ਰੇਲਰ ਦੇ ਵਿੱਚ ਵੀ ਆਪਾਂ ਦੇਖਿਆ ਕਿ ਡਾਇਲੋਗ ਬਹੁਤ ਘੱਟ ਹੈ। ਉਹ ਜਿਹੜੀ ਗੱਲ ਹੈ ਸਾਰੇ ਸੀਨ ਦੀ ਉਹ ਤੁਸੀਂ ਅੱਖਾਂ ਨਾਲ ਹੀ ਕਹਿ ਦਿੰਦੇ ਹੋ। ਹਾਂ ਬਾਈ, ਇਹਦੇ ਪਰ ਫਿਲਮ 'ਚ ਹੈਗੇ ਨੇ ਡਾਇਲੌਗਸ। ਇਹ ਬੇਸਿਕਲੀ ਮੇਰੀ ਇਹੀ ਕਾਲ, ਮੈਂ ਇਹੀ ਸੋਚਿਆ ਸੀਗਾ ਇਹਨੂੰ ਅਸੀਂ, ਕਿਉਂਕਿ ਸਾਡੇ ਕੋਲ ਨਾ ਸਾਡੀ USP ਬਈ ਐਕਸ਼ਨ ਸੀਗੀ, ਇੱਕ ਇਮੋਸ਼ਨ ਸੀਗਾ ਜਿਹੜਾ ਫਾਦਰ ਡਾਟਰ ਦਾ ਇਮੋਸ਼ਨ ਹੈ, ਦੈਟ ਇਜ਼ ਐਨ ਅਨਸੈਡ ਇਮੋਸ਼ਨ। ਉਹਨੂੰ ਜ਼ਿਆਦਾ ਐਕਸਪਲੇਨ ਕਰਨ ਦੀ ਸ਼ਬਦਾਂ 'ਚ ਜ਼ਰੂਰਤ ਨਹੀਂ ਹੁੰਦੀ। ਉਹ ਜਿਹਾ ਭਾਣਾ ਜੇ ਕਿਸੇ ਪਰਮਾਤਮਾ ਨਾ ਕਰੇ ਕਿਤੇ ਵੀ ਵਰਤੇ, ਜੇ ਉਹ ਜਿਹਾ ਕੋਈ ਵਰਤਿਆ ਹੋਵੇ ਤੇ ਉਸ ਤੋਂ ਬਾਅਦ ਜਿਹੜਾ ਕੁਛ ਕੋਈ ਵੀ ਬੰਦਾ ਕਰਨ ਤੱਕ ਜਾ ਸਕਦਾ, ਉਸ ਚੀਜ਼ ਲਈ ਵੀ ਕੋਈ ਸ਼ਬਦਾਂ ਦੀ ਲੋੜ ਨਹੀਂ ਹੈਗੀ। ਸੋ ਬੇਸਿਕਲੀ ਇੰਟੈਂਸ਼ਨਲੀ ਟ੍ਰੇਲਰ ਨੂੰ ਅਸੀਂ ਘੱਟ ਡਾਇਲੋਗਾਂ 'ਚ ਤਾਂ ਰੱਖਿਆ ਵੀ ਇਹ ਪਹਿਲੇ ਇਮੋਸ਼ਨ ਤੋਂ ਬਾਅਦ ਸਮਝਾਉਣ ਦੀ ਜਾਂ ਦੱਸਣ ਦੀ, ਬੋਲਣ ਦੀ ਲੋੜ ਨਹੀਂ ਪੈਣੀ ਚਾਹੀਦੀ ਵੀ ਆਹ ਸਾਰਾ ਕੁਛ ਕਿਉਂ ਆ। ਤੇ ਵੈਸੇ ਵੀ ਮੈਨੂੰ ਲੱਗਦਾ ਕਿ ਇੱਕ ਪਿਓ ਹੀ ਹੁੰਦਾ ਜੋ ਆਪਣੀ ਧੀ ਦੇ ਲਈ ਪੂਰੀ ਦੁਨੀਆ ਦੇ ਨਾਲ ਲੜ ਜਾਂਦਾ ਹੈ ਨਾ। ਇੱਕ ਮਾਂ ਕਹਿੰਦੇ ਨਾ ਆਪਣੇ ਬੱਚੇ ਦੇ ਲਈ ਲੜ ਜਾਂਦੀ ਹੈ, ਬਟ ਪਿਓ ਜੋ ਹੁੰਦਾ ਉਹ ਹਮੇਸ਼ਾ ਉਹਦੇ ਅੰਗ ਸੰਗ ਹੀ ਰਹਿੰਦਾ ਬੱਚਿਆਂ ਦੇ, ਹੈ ਨਾ। ਅੱਛਾ ਭਾਜੀ, ਤੁਸੀਂ ਇਹ ਫਿਲਮ ਨੂੰ ਲਿਖਿਆ ਵੀ ਹੈ, ਡਾਇਲੋਗ ਵੀ ਲਿਖੇ ਆ, ਪ੍ਰੋਡਿਊਸ ਵੀ ਕਰ ਰਹੇ ਹੋ, ਐਕਟ ਵੀ ਕਰ ਰਹੇ ਹੋ, ਹੈ ਨਾ। ਸੋ ਉਹ ਪਹਿਲਾਂ ਤਾਂ ਮੈਨੂੰ ਆਹ ਦੱਸੋ ਕਿ ਇਸ ਦਾ ਜਿਹੜਾ ਤੁਹਾਡਾ ਕਨਸੈਪਟ ਹੈ ਇਹ ਕਦੋਂ ਤੋਂ ਸ਼ੁਰੂ ਹੋ ਗਿਆ ਸੀਗਾ ਤੁਹਾਡੇ ਮਾਈਂਡ ਦੇ ਵਿੱਚ? ਪਹਿਲਾ ਆਈਡੀਆ ਕਦੋਂ ਤੋਂ ਆਉਣਾ ਸ਼ੁਰੂ ਹੋ ਗਿਆ ਸੀਗਾ ਤੇ ਕਿੰਨਾ ਟਾਈਮ ਲੱਗ ਗਿਆ ਇਸ ਦੀ ਸਟੋਰੀ ਲਿਖਣ ਨੂੰ, ਉਸ ਤੋਂ ਬਾਅਦ ਸ਼ੂਟ ਹੋਣ ਨੂੰ ਤੇ ਅੱਜ ਫਿਲਮ ਨੂੰ ਇੱਥੇ ਤੱਕ ਆਉਣ ਨੂੰ? ਇਹ ਬਾਈ ਇਹਨੂੰ ਤਕਰੀਬਨ ਸਵਾ ਕੁ ਦੋ ਸਾਲ ਹੋ ਗਏ ਆਈਡੀਆ ਕਰੈਕ ਕੀਤੇ ਨੂੰ। ਬਟ ਇਹੋ ਜਿਹਾ ਇੱਕ ਫਾਦਰ ਡਾਟਰ ਦਾ ਕਨਸੈਪਟ ਲੈ ਕੇ ਮੈਂ ਇੰਡਸਟਰੀ 'ਚ ਵੜਿਆ ਸੀਗਾ ਜੀ 2014 'ਚ। ਮੇਰੇ ਦਿਮਾਗ ਵਿੱਚ ਉਦੋਂ ਇੱਕ ਫਾਦਰ ਡਾਟਰ ਦੀ ਸਟੋਰੀ ਸੀਗੀ ਜਿਹਦੇ ਵਿੱਚ ਕਬੀਰ ਬੇਦੀ ਸਾਹਿਬ ਨੂੰ ਹੀ ਮੈਂ ਵਿਲਨ ਇਮੈਜਿਨ ਕਰਦਾ ਹੁੰਦਾ ਸੀਗਾ, ਮੈਸਿਵ ਸੁਪਰ ਪਾਵਰਫੁਲ ਨਿਊਕਲੀਅਰ ਲੈਵਲ ਗਾਏ, ਅਤੇ ਉਹੀ ਵਿਲਨ ਹੋਣਗੇ ਅਤੇ ਇੱਕ ਆਮ ਜਿਹਾ ਬੰਦਾ ਹੋਊਗਾ ਜਿਹਦੇ ਕੋਲੇ ਜਿਹੜਾ ਬਹੁਤ ਸਕਿੱਲਫੁਲ ਹੈ ਫਰੋਮ ਦ ਪਾਸਟ, ਜਿਹਨੂੰ ਮਤਲਬ ਕੰਬੈਟ, 1-on-1 ਕੰਬੈਟ ਕਹਿ ਲਓ, ਰਾਈਫਲਸ ਦਾ, ਐਮੂਨੇਸ਼ਨ ਦਾ ਬਹੁਤ ਜ਼ਿਆਦਾ ਨੌਲੇਜ ਹੈ ਅਤੇ ਜਿਹਦੀ ਟ੍ਰੇਨਿੰਗ ਬਹੁਤ ਹਾਰਡਕੋਰ ਹੈ, ਬਟ ਉਹ ਅੱਜ ਦੀ ਡੇਟ ਵਿੱਚ ਸਾਇਲੈਂਟ ਹੈ, ਰਿਟਾਇਰਡ ਹੈ। ਉਸ ਬੰਦੇ ਨੂੰ ਦੁਬਾਰਾ ਜਾਗਣਾ ਪੈਂਦਾ ਕਿਸੇ ਸਥਿਤੀ ਕਰਕੇ, ਕਿਸੇ ਡਾਟਰ ਕਰਕੇ। ਇਹੋ ਜਿਹਾ ਇੱਕ ਥੋਟ ਹੁੰਦਾ ਸੀ ਮੇਰੇ ਦਿਮਾਗ ਵਿੱਚ ਜਿਹਦੇ ਕਰਕੇ ਮੈਂ ਸਭ ਤੋਂ ਪਹਿਲੀ ਫਿਲਮ ਬਣਾਉਣਾ ਚਾਹੁੰਦਾ ਸੀਗਾ। ਬਟ ਪ੍ਰਮਾਤਮਾ ਨੂੰ ਉਦੋਂ ਸੀਗਾ ਵੀ ਨਾ ਮਨਜ਼ੂਰ ਸੀਗਾ ਵੀ ਤੂੰ ਬੰਬੂ ਘਾਟ ਰਾਹੀਂ ਐਂਟਰ ਕਰੇਂਗਾ। ਉਸ ਤੋਂ ਬਾਅਦ ਵੇਖ ਬਰਾਤਾਂ ਹੈ, ਐਸੋਸੀਏਸ਼ਨ ਵਿਦ ਰਿਦਮ ਬॉयਜ਼, ਜਸ ਕਰੇਵਾਲ, ਐਵਰੀਬਡੀ, ਦੈਟ ਬਿਕੇਮ ਸੋ ਫਰੂਟਫੁਲ ਕਿ ਮੈਨੂੰ ਲੱਗਦਾ ਇਹ ਉਸੇ ਅਕਾਲ ਪੁਰਖ ਦੀ ਰਜ਼ਾ ਸੀਗੀ ਵੀ ਇੰਨੇ ਸਾਲਾਂ ਬਾਅਦ ਆ ਕੇ ਹੀ ਜੂਨੀਅਰ ਨੂੰ ਉਹ ਵਾਲੀ ਜਿਹੜੀ ਮੇਰਾ ਥੋਟ ਸੀਗਾ ਉਹਨੂੰ ਅੰਜਾਮ ਮਿਲਣਾ ਸੀਗਾ। ਕਿਉਂਕਿ ਮੈਂ ਉਦੋਂ ਤੱਕ ਪ੍ਰੋਪਰ ਰੈਡੀ ਹੋ ਚੁੱਕਿਆ ਸੀਗਾ ਵੀ ਜਿਸ 'ਚ ਮੈਂ ਸਾਰਾ ਕੁਛ ਤਾਂ ਕਦੀ ਵੀ ਨਹੀਂ ਕਹਿ ਸਕਦੇ, ਖੈਰ ਕਾਫੀ ਕੁਛ ਮੈਂ ਸਿੱਖ ਚੁੱਕਿਆ ਸੀ ਵੀ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਗਲਤੀਆਂ ਘੱਟ ਕਿੱਥੇ ਹੋਣੀਆਂ ਚਾਹੀਦੀਆਂ ਨੇ, ਠੀਕ ਕਿਹੜੀਆਂ ਚੀਜ਼ ਸਟਰੋਂਗ ਕਰਨੀ ਚਾਹੀਦੀ ਆ। ਸੋ ਉਹ ਸਫ਼ਰ ਤੋਂ ਬਾਅਦ ਆਈ ਥਿੰਕ ਇਟ ਵਾਸ ਮੈਂਟ ਟੂ ਬੀ, ਜੂਨੀਅਰ ਵਾਸ ਮੈਂਟ ਟੂ ਕਮ ਦਿਸ ਵੇ। ਓਕੇ, ਜਦੋਂ ਇੱਕ ਫਿਲਮ ਦੇ ਵਿੱਚ ਇੰਨੀਆਂ ਸਾਰੀਆਂ ਚੀਜ਼ਾਂ ਅਸੀਂ ਕਰ ਰਹੇ ਹੁੰਦੇ ਹਾਂ, ਹੈ ਨਾ, ਉਹ ਚੀਜ਼ ਨੂੰ ਸਾਂਭਣਾ, ਉਸ ਦੇ ਲਈ ਪ੍ਰੀਪੇਅਰ ਹੋਣਾ ਕਿੰਨਾ ਕੁ ਔਖਾ, ਕਿੰਨਾ ਰਹਿੰਦਾ ਹੈ? ਬਹੁਤ ਔਖਾ ਬਈ। ਜਿਵੇਂ ਮੈਂ ਅੱਗੇ ਦੱਸਦਾ, ਮੈਂ ਐਕਟਿੰਗ ਦਾ ਨਹੀਂ ਸੀ ਸੋਚਿਆ ਹੋਇਆ ਇਸ ਫਿਲਮ 'ਚ। ਮੈਂ ਐਜ਼ ਅ ਪ੍ਰੋਡਿਊਸਰ ਹੀ ਆਉਣਾ ਚਾਹੁੰਦਾ ਸੀਗਾ, ਰਾਈਟਿੰਗ ਵੀ ਨਹੀਂ ਸੀ ਮੈਂ ਕਰਨੀ, ਮੈਂ ਸਿਰਫ ਕੌਨਸੈਪਟ ਸੀਗਾ ਜਿਹੜਾ ਸਾਨੂੰ ਸਾਰਿਆਂ ਨੂੰ ਠੀਕ ਲੱਗਾ। ਸੋ ਸਿਰਫ ਆਈਡੀਆ ਜਾਂ ਪੈਸਾ ਮੇਰਾ ਸੀਗਾ, ਅਦਰਵਾਈਜ਼ ਮੈਂ ਹੋਰ ਕੁਛ ਨਹੀਂ ਸੀ ਕਰਨਾ। ਬਟ ਮੈਨੂੰ ਹੁਣ ਜਿਵੇਂ ਤੁਸੀਂ ਦੱਸਿਆ ਵੀ ਆ ਵੀ ਮੈਨੂੰ ਥੋੜ੍ਹੀ ਜਿਹੀ ਸ਼ਰਮ ਵੀ ਆਈ। ਮੈਂ ਕਿਹਾ ਯਾਰ ਇੰਨਾ ਕੁਛ ਮੈਂ ਕੀਤਾ ਵੀ ਹੋਰ, ਹੈ ਨਾ, ਬਈ ਲੋਕ ਸੁਣਨ ਵਾਲੇ ਕਹਿੰਦੇ ਯਾਰ ਵੀ ਜ਼ਿਆਦਾ ਚੈਂਪੀਅਨ ਬਣਿਆ ਪਿਆ, ਵੀ ਇੰਨੇ ਡਿਪਾਰਟਮੈਂਟਸ ਇੱਕ ਬੰਦੇ ਨੂੰ ਹੈਂਡਲ ਕਰਨੇ ਨਹੀਂ ਚਾਹੀਦੇ। ਇਟਸ ਨਾਟ ਵਾਈਜ਼ ਐਂਡ ਐਡਵਾਈਜ਼ ਫਰੋਮ ਮਾਈ ਸਾਈਡ। ਇਹ ਇੱਕ ਇਟਸ ਨਾਟ ਅ ਵਾਈਜ਼ ਗੇਮ ਵੀ ਤੁਸੀਂ ਆਪਣਾ ਇੱਕ ਡਿਪਾਰਟਮੈਂਟ ਸ਼ਿੱਦਤ ਨਾਲ ਨਿਭਾ ਲਓ, ਦੈਟ ਇਜ਼ ਮੋਰ ਦੈਨ ਇਨਫ ਇਨ ਅ ਫਿਲਮ ਮੇਕਿੰਗ। ਬਟ ਚਲੋ, ਆਈ ਐਮ ਅਸਟੋਨਿਸ਼ਡ ਮਾਈ ਸੈਲਫ ਵੀ ਇਨ ਡਿਪਾਰਟਮੈਂਟ ਵੀ ਜੇ ਮੇਰੇ ਲੇਖੇ ਆਏ ਨੇ ਉਹਦੇ ਵਿੱਚ ਮੈਂ ਇਕੱਲਾ ਰਾਈਟਰ ਨਹੀਂ ਹੈਗਾ, ਮੈਂ ਇਕੱਲਾ ਪ੍ਰੋਡਿਊਸਰ ਨਹੀਂ ਹੈਗਾ, ਮੈਂ ਇਕੱਲਾ ਐਕਟਰ ਨਹੀਂ ਹੈਗਾ, ਉਹਦੇ 'ਚ ਸਾਰਿਆਂ ਦਾ ਹੱਥ ਹੈ। ਲਿਖਾਈ 'ਚ ਵੀ ਆ, ਮੇਰੇ ਨਾਲ ਕੋ ਪ੍ਰੋਡਿਊਸਰ ਵੀ ਹੈਗੇ ਨੇ, ਮੇਰੇ ਨਾਲ ਐਕਟਿੰਗ ਵਿੱਚ ਸ੍ਰਿਸ਼ਟੀ ਜੈਨ ਨੇ, ਹਰਮਨ ਢਿੱਲੋਂ ਨੇ, ਜਸਪਾਲ ਸੰਧੂ ਨੇ, DOP ਨੇ ਬਹੁਤ ਜ਼ਿਆਦਾ ਮਦਦ ਕਰਕੇ ਇੱਕ ਬੇਸਿਕਲੀ ਸਾਰਿਆਂ ਦੀ ਇੱਕ ਫਿਲਮ ਹੈ। ਬਿਲਕੁਲ। ਅੱਛਾ, ਅਤੇ ਨਾ ਅਸੀਂ ਦੇਖਦੇ ਹਾਂ ਕਿ ਤੁਸੀਂ ਨਾ ਆਪਣੀ ਫਿਜ਼ੀਕ 'ਤੇ ਬਹੁਤ ਕੰਮ ਕਰਦੇ ਹੋ, ਹੈ ਨਾ, ਅਤੇ ਮੈਨੂੰ ਲੱਗਦਾ ਕਿ ਜੇ ਇਸ ਫਿਲਮ ਦੇ ਵਿੱਚ ਕੋਈ ਫਿਜ਼ੀਕ, ਇੱਦਾਂ ਦੀ ਫਿਜ਼ੀਕ ਵਾਲਾ ਐਕਟਰ ਨਾ ਹੁੰਦਾ ਤਾਂ ਇਹ ਸ਼ਾਇਦ ਉਨਾ ਐਕਸ਼ਨ ਜਚਣਾ ਵੀ ਨਹੀਂ ਸੀਗਾ, ਹੈ ਨਾ। ਸੋ ਕੀ ਲੱਗਦਾ ਕਿ ਇੱਕ ਐਕਟਰ ਦਿਖਣ ਦੇ ਐਕਟਰ ਹੋਣ ਦੇ ਲਈ ਐਕਟਰ ਪਹਿਲਾਂ ਦਿਖਣਾ ਵੀ ਪੈਂਦਾ, ਉਹ ਚੀਜ਼ ਜ਼ਿਆਦਾ ਜ਼ਰੂਰੀ ਹੈ? ਹਾਂ ਬਈ, ਫਿਜ਼ੀਕ ਇਨ ਪਰਟੀਕੁਲਰਲੀ ਇਨ ਜੂਨੀਅਰ ਹਰ ਫਿਲਮ ਵਿੱਚ ਇੱਕ ਐਕਸ਼ਨ, ਉਹਦੇ ਫਿਲਮ ਵਿੱਚ ਫਿਜ਼ੀਕ ਡਜ਼ ਨਾਟ ਮੈਟਰ। ਐਕਸ਼ਨ ਤੁਸੀਂ ਕਰ ਕਿਹੜੇ ਐਗਰੈਸ਼ਨ ਨਾਲ ਲਏ ਹੋ, ਤੁਹਾਡੇ ਬੋਡੀ ਮੂਵਮੈਂਟਸ ਬੇਸਿਕਲੀ ਪੰਚਸ, ਸਲੈਪਸ, ਕਿਕਸ, ਤੁਹਾਡੀ ਬੋਡੀ ਮੂਵਮੈਂਟਸ, ਤੁਹਾਡੀਆਂ ਬੇਸਿਕਸ ਜੇ ਕਲੀਅਰ ਹੋਣ ਤਾਂ ਐਕਸ਼ਨ ਸੋਹਣਾ ਹੀ ਲੱਗਦਾ ਸਕਰੀਨ 'ਤੇ।
ਮੋਰ ਇੰਪੋਰਟੈਂਟਲੀ ਤੁਹਾਡਾ ਜਿਹੜਾ ਇਮੋਸ਼ਨ ਬਿਹਾਈਂਡ ਦੀ ਐਕਸ਼ਨ ਆ ਉਹ ਸਟਰੋਂਗ ਹੋਣਾ ਚਾਹੀਦਾ। ਬੰਦਾ ਘਰੋਂ ਨਿਕਲਿਆ, ਗੁਆਂਢੀਆਂ ਨੂੰ ਚਪੇੜ ਮਾਰਤੀ, ਇਜ਼ ਨਾਟ ਜਸਟੀਫਾਈਡ। ਇੱਕ ਦਿਨ ਪਹਿਲਾਂ ਗੁਆਂਢੀ ਨੇ ਕੋਈ ਬਦਤਮੀਜ਼ੀ ਕੀਤੀ ਸੀ, ਤੁਸੀਂ ਤਾਂ ਘਰੋਂ ਨਿਕਲ ਕੇ ਚਪੇੜ ਮਾਰਦੀ, ਇਜ਼ ਜਸਟੀਫਾਈਡ। ਸੋ ਇਮੋਸ਼ਨ ਜੇ ਨਹੀਂ ਹੈਗਾ, ਕੱਲਾ ਐਕਸ਼ਨ ਮਤਲਬ ਫॉर मी ਇਟ ਡਜ਼ਨਟ ਵਰਕ। ਮੈਨੂੰ ਇਹ ਲੱਗਦਾ ਵੀ ਯਾਰ ਬੇਸਲੈਸ ਆ, ਵੀ ਮਤਲਬ ਦੇਰ ਹੈਜ਼ ਟੂ ਬੀ ਅ ਸਟਰੋਂਗ ਇਮੋਸ਼ਨ ਬਿਹਾਈਂਡ ਐਵਰੀ ਐਕਸ਼ਨ। ਬਟ ਇਨ ਜੂਨੀਅਰਸ ਕੇਸ ਇਹ ਬੰਦਾ ਇਹਦਾ ਜਿਹੜਾ ਬੰਦੇ ਦਾ ਕੈਰੈਕਟਰ ਦਾ ਪਾਸਟ ਹੈ ਨਾ, ਹੀ ਵਾਜ਼ ਅ ਬਰੂਟਲ ਅਸੈਸਿਨ, ਜੋ ਟੀਜ਼ਰ 'ਚ ਵੀ ਆਇਆ, ਕੋਲਡ ਬਲੱਡਡ ਅਸੈਸਿਨ ਵਾਂਟਡ ਬਾਈ ਮੈਨੀ ਕੰਟਰੀਜ਼। ਸੋ ਇਸ ਬੰਦੇ ਦਾ ਇਤਿਹਾਸ ਆ, ਇਹ ਬੰਦਾ ਅਨਫਿਟ ਨਹੀਂ ਹੋ ਸਕਦਾ। ਅਮੀਕ ਵਿਰਕ ਹੋ ਸਕਦਾ ਹੈ, ਕੋਈ ਵੀ ਬੰਦਾ ਹੋਰ ਹੋ ਸਕਦਾ ਹੈ, ਜੂਨੀਅਰ ਦਾ ਕੈਰੈਕਟਰ ਅਨਫਿਟ ਨਹੀਂ ਹੋ ਸਕਦਾ ਥਰੂ ਆਊਟ ਲਾਈਫ। ਅਤੇ ਇਹ ਚੀਜ਼ ਸਾਨੂੰ ਡੇ 1 ਤੋਂ ਕਲੀਅਰ ਸੀ। ਅਤੇ ਪਲੱਸ ਜਿਹੜੇ ਸਟੰਟਸ ਪਰਫੋਰਮ ਕਰਨੇ ਸੀ ਬਈ, ਜੇ ਆਪਾਂ ਥੱਲੋਂ ਖੜੇ ਆ, ਫਲਿੱਪ ਕਰਕੇ ਖੜੇ ਹੋਣਾ, ਓਰੀਓ ਰਾਊਂਡ ਕਿੱਕ ਮਾਰਨੀ ਆ, 360 ਮਾਰਨੀ ਆ, 720 ਮਾਰਨੀ ਆ, ਉਹ ਬੇਸਿਕਲੀ ਅਨਫਿਟ ਬੰਦਾ ਉਹ ਚੀਜ਼ ਕਰਦਾ ਵੀ ਇੰਨਾ ਚੰਗਾ ਨਹੀਂ ਲੱਗੂਗਾ, ਗ੍ਰੇਸਫੁਲ ਨਹੀਂ ਲੱਗੂਗਾ ਜਿੰਨਾ ਕਿ ਫਿੱਟ ਬੰਦਾ ਲੱਗੂਗਾ। ਸੋ ਗੈਟਿੰਗ ਫਿੱਟ ਵਾਜ਼ ਅ ਵੈਰੀ ਬਿਗ ਚੈਲੰਜ। ਅੱਛਾ, ਇਹਦੇ ਵਿੱਚ ਤੁਸੀਂ ਸਟੰਟ ਦੀ ਗੱਲ ਕੀਤੀ, ਐਕਸ਼ਨ ਦੀ ਗੱਲ ਕੀਤੀ ਹੈ ਨਾ, ਕੋਈ ਐਸਾ ਸਟੰਟ ਸੀਗਾ, ਕੋਈ ਐਸਾ ਐਕਸ਼ਨ ਸੀਗਾ ਜਿਸ ਨੂੰ ਕਰਦੇ ਹੋਏ ਤੁਸੀਂ ਡਬਲ ਮਾਈਂਡਡ ਹੋਏ ਕਿ ਯਾਰ ਇਹ ਕਰ ਲਵਾਂ ਕਿ ਇਹ ਰਹਿਣ ਦੇਵਾਂ, ਕਿ ਇਹਨੂੰ ਆਪਾਂ ਚੇਂਜ ਕਰ ਦਈਏ? ਨਹੀਂ, ਇੱਕ ਸਟੰਟ ਸੀਗਾ ਜਿਹੜਾ ਮੈਂ ਖੁਦ ਕਰਨਾ ਚਾਹੁੰਦਾ ਸੀਗਾ, ਪਰ ਸਾਡੇ ਐਕਸ਼ਨ ਡਾਇਰੈਕਟਰ ਨੇ ਵੀ ਐਡਵਾਈਜ਼ਡ ਅਗੇਂਸਟ ਇਟ। ਅਤੇ ਉਹ ਤੁਹਾਨੂੰ ਫਿਲਮ 'ਚ ਪਤਾ ਲੱਗੂਗਾ ਕਿ ਬੰਦਾ ਕਾਫੀ ਹਾਈਟ ਤੋਂ ਕਾਰ ਦੇ ਬੋਨਟ 'ਤੇ ਡਿੱਗਦਾ, ਫਿਰ ਧਰਤੀ 'ਤੇ ਡਿੱਗਦਾ। ਮੈਨੂੰ ਇਹ ਸੀ, ਮੈਂ ਕਿਹਾ ਵੀ ਸੱਟ ਭਾਵੇਂ ਲੱਗ ਜੇ, ਵੀ ਮੇਰਾ ਪਹਿਲੀ ਫਿਲਮ ਆ, ਮੈਂ ਐਕਸ਼ਨ ਕਰ ਰਿਹਾ, ਮੈਨੂੰ ਇਹ ਹੋਵੇ ਵੀ ਸਾਰੀ ਮੇਰੇ ਲਿਖੇ ਲੱਗੇ ਯਾਰ, ਭਾਵੇਂ ਚੰਗਾ ਮਾੜਾ ਜੋ ਵੀ ਆ। ਉਹ ਕਹਿੰਦਾ ਵੀ ਇਹ ਗੱਲ ਨਹੀਂ ਹੈ ਕਿ ਮੈਂ ਨਹੀਂ ਕਹਿ ਰਿਹਾ ਵੀ ਤੂੰ ਕਰ ਸਕਦਾ ਕਿ ਨਹੀਂ ਕਰ ਸਕਦਾ, ਤੂੰ ਬਾਕੀ ਜੋ ਕੀਤਾ ਤੂੰ ਆ ਵੀ ਕਰ ਲੇਗਾ, ਬਟ ਇਟ ਇਜ਼ ਨਾਟ ਵਾਈਜ਼, ਕਿਉਂਕਿ ਤੇਰਾ ਡੇਲੀ ਲੈਵਲ 'ਤੇ ਪੈਸਾ ਬਹੁਤ ਜ਼ਿਆਦਾ ਲੱਗ ਰਿਹਾ। ਮੇਨ ਆਰਟਿਸਟ ਤੂੰ ਆ, ਤੇਰਾ ਕੋਈ ਦੂਜਾ ਨਹੀਂ ਹੈਗਾ। ਵੀ ਜੇ ਤੈਨੂੰ ਸੱਟ ਲੱਗ ਗਈ, ਰੱਬ ਨਾ ਕਰੇ ਤੈਨੂੰ ਡਿੱਗਦਿਆਂ ਕੁਛ ਸਪਰੇਨ ਆ ਗਿਆ, ਤੇਰਾ ਟੈਂਡਨ ਮਸਲ ਇੰਜਰੀ ਹੋ ਗਈ, ਕੁਛ ਹੋ ਗਿਆ, ਜੇ ਫਿਲਮ 1.5 ਦਿਨ ਖੜ ਗਈ, ਤੈਨੂੰ ਪਤਾ ਸਾਡਾ ਸਾਰਿਆਂ ਦਾ ਖਰਚਾ ਕਿੰਨਾ। ਕੁਛ ਨਾ ਕਰਕੇ ਵੀ ਤੂੰ ਡੇਲੀ ਦਾ ਕਿੰਨੇ ਲੱਖ ਰੁਪਏ ਗਵਾ ਰਿਹਾ। ਕਹਿੰਦੇ ਵੀ ਇਹ ਨਹੀਂ ਵੀ ਤੂੰ ਕਰ ਸਕਦਾ ਕਿ ਨਹੀਂ ਕਰ ਸਕਦਾ। ਆਈ ਐਡਵਾਈਸ ਯੂ ਅਗੇਂਸਟ ਇਟ ਬਿਕੋਜ਼ ਫਿਲਮ ਕੰਪਲੀਟ ਕਰਨੀ ਜ਼ਿਆਦਾ ਜ਼ਰੂਰੀ ਆ। ਸੋ ਐਕਸ਼ਨ ਮੇਰਾ ਸੀ ਹੋਰ ਕਰਾਂ, ਹੋਰ ਕਿਹੜੇ ਕਰ ਸਕਦਾ, ਬਟ ਮੈਨੂੰ ਇੱਕ ਨਹੀਂ ਜਿਹੜਾ ਕਰ ਸਕਿਆ, ਮੈਨੂੰ ਉਹ ਜ਼ਰੂਰ ਖਲਦਾ। ਸੋ ਐਜ਼ ਏ ਪ੍ਰੋਡਿਊਸਰ ਵੀ ਇਹ ਚੀਜ਼ਾਂ ਵੀ ਦਿਮਾਗ 'ਚ ਰੱਖਣੀਆਂ ਪੈਂਦੀਆਂ ਨਾ, ਹੈ ਨਾ, ਕਿ ਉਹਨੂੰ ਆਪਾਂ ਪੈਸੇ ਵਾਈਜ਼ ਵੀ ਦੇਖਣਾ ਕਿ ਆਪਣਾ ਹੀ ਲੱਗ ਰਿਹਾ ਪੈਸਾ, ਹੈ ਨਾ। ਬਈ ਕਿਸੇ ਦਾ ਵੀ ਹੋਵੇ, ਤਰਸ ਆਉਂਦਾ ਹੀ ਹੈ ਬਈ ਪੈਸੇ ਦੇ। ਹਾਂ, ਟ੍ਰੇਲਰ ਜਦੋਂ ਦੇਖਿਆ ਤੇ ਸਾਨੂੰ ਲੱਗਦਾ ਕਿ ਇਹ ਟ੍ਰੇਲਰ ਦੇਖਣ ਤੋਂ ਬਾਅਦ ਹੀ ਨਾ ਇਸ ਡਾਇਰੈਕਟਰ ਦੇ ਚਰਚੇ ਜ਼ਰੂਰ ਹੋਣਗੇ। ਸਾਡੇ ਨਾਲ ਹਰਮਨ ਢਿੱਲੋਂ। ਭਾਜੀ ਕੀ ਹਾਲ ਆ? ਬਹੁਤ ਵਧੀਆ ਭਾਈ, ਐਨ ਪੂਰੀ ਚੜ੍ਹਦੀ ਕਲਾ ਵੀਰੇ। ਅੱਛਾ, ਜਦੋਂ ਕੋਈ ਪਹਿਲੀ ਫਿਲਮ ਹੀ ਹੋਵੇ ਤੁਹਾਡੀ, ਹੈ ਨਾ, ਇੱਦਾਂ ਦਾ ਪ੍ਰੋਜੈਕਟ ਹੋਵੇ, ਉਹਦੇ ਲਈ ਆਪਣੇ ਆਪ ਨੂੰ ਪ੍ਰੀਪੇਅਰ ਕਰਨਾ, ਬੈਕ ਦਾ ਮਾਈਂਡ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਚੱਲੀਆਂ, ਜਾਂ ਫਿਰ ਉਸ ਤੋਂ ਪਹਿਲਾਂ ਦੀ ਪ੍ਰੀਪਰੇਸ਼ਨ, ਉਹ ਕਿੰਨੀ ਕੁ ਔਖੀ ਸੀ ਤੁਹਾਡੇ ਲਈ? ਵੀਰੇ ਉਹ ਤਾਂ ਜਦੋਂ ਕੋਈ ਵੀ ਪ੍ਰੋਜੈਕਟ ਕਰਦੇ ਆ, ਔਖਾ ਤਾਂ ਕੁਛ ਵੀ ਨਹੀਂ। ਜਿਹੜਾ ਤੁਸੀਂ ਕਰਨਾ ਚਾਹੁੰਦੇ, ਜਿਹੜੀ ਚੀਜ਼ ਨੂੰ ਕਰਨਾ ਚਾਹੁੰਦੇ, ਜਦੋਂ ਉਹ ਚੀਜ਼ ਕਰਦੇ ਹੋ ਫਿਰ ਔਖੀ ਨਹੀਂ ਲੱਗਦੀ ਉਹ 'ਚ ਵੀ। ਹਾਂ, ਜਦੋਂ ਨਵੀਂ ਚੀਜ਼ ਕਰਦੇ ਹੋ, ਹੈ ਨਾ, ਉਹ ਤੋਂ ਥੋੜ੍ਹਾ ਬਹੁਤ ਲੱਗਦਾ ਵੀ ਆਹ ਅੱਜ ਪਹਿਲੀ ਵਾਰੀ ਕਰਨਾ ਯਾਰ, ਹੈ ਨਾ। ਜਿਵੇਂ ਲਾ ਲਓ, ਜਾਂ ਕਿਸੇ ਜਿਵੇਂ ਕਬੀਰ ਬੇਦੀ ਭਾਈ ਨੂੰ ਫੇਸ ਕਰਨਾ ਸੀ, ਵੀ ਉਹ ਮੈਨੂੰ ਔਖਾ ਲੱਗਿਆ ਉਦੋਂ ਪਹਿਲੀ ਵਾਰੀ, ਹੈ ਨਾ। ਕਈ ਚੀਜ਼ਾਂ ਲੱਗਦੀਆਂ ਨੇ ਜਿਹੜੀਆਂ, ਬਾਕੀ ਤਾਂ ਸਵਾਦ ਆਉਂਦਾ ਯਾਰ ਕਰਨ 'ਚ, ਆਪਦਾ ਜਿਹੜਾ ਕੰਮ ਕਰਨਾ ਚਾਹੁੰਦੇ ਉਹ ਕਰਨ 'ਚ ਤਾਂ ਪੂਰਾ ਨਜ਼ਾਰਾ ਆਉਂਦਾ। ਕਿਹੜੇ ਡਾਇਰੈਕਟਰ ਨੂੰ ਦੇਖਦੇ ਹੁੰਦੇ ਹੋ ਕਿ ਯਾਰ ਮੈਂ ਇੱਦਾਂ ਦਾ ਕੰਮ ਕਰਨਾ ਜਦੋਂ ਮੈਂ ਫਿਲਮਾਂ ਡਾਇਰੈਕਟ ਕਰਨ 'ਤੇ ਜਾਊਂਗਾ? ਕਿੱਥੋਂ ਦੀ ਗੱਲ ਕਰਾਂ, ਮੈਂ ਪੰਜਾਬ ਦੀ ਗੱਲ ਕਰਾਂ ਜਾਂ ਮਰਜ਼ੀ, ਜਿਹਨਾਂ ਨੂੰ ਤੁਸੀਂ ਦੇਖਦੇ ਹੋ? ਮੈਂ ਕੋਰੀਅਨ ਸਿਨੇਮਾ ਬਹੁਤ ਦੇਖਦਾ, ਬਟ ਮੈਂ ਨਾ, ਜਿਵੇਂ ਉਹੀ ਗੱਲ ਕਰਦੇ, ਕਈ ਬੰਦੇ ਨਾ ਨਾਵਲ ਪੜ੍ਹ ਲੈਂਦੇ ਆ ਪਰ ਨਾਮ ਨਹੀਂ ਯਾਦ ਰੱਖਦੇ ਨਾ। ਮੈਂ ਹੁਣ ਉਹੀ ਕੰਮ ਆਪਣਾ ਨਾ, ਪੜ੍ਹ ਲਈਦਾ ਪਰ ਨਾਮ, ਨਾਵਲ ਤਾਂ ਮੈਂ ਪੜ੍ਹਦਾ, ਨਾਵਲਾਂ ਦੇ ਤਾਂ ਚਲੋ ਨਾਮ ਯਾਦ ਨੇ ਫਿਰ ਵੀ। ਸੋ ਆਪਣਾ ਫਿਲਮਾਂ ਦਾ ਲਾ ਲਓ, ਮੈਂ ਕੋਰੀਅਨ ਸਿਨੇਮਾ ਕਾਫੀ ਦੇਖਦਾ, ਨੈੱਟਫਲਿਕਸ 'ਤੇ ਬਹੁਤ ਘਸਾਉਣਾ ਉਹ ਦੇਖਦੇ ਰਹਿਣਾ, ਉਹ ਲਾ ਲਓ। ਸੋ ਬਾਲੀਵੁੱਡ 'ਚ ਗੱਲ ਕਰਾਂ, ਮੈਨੂੰ ਅਨੁਰਾਗ ਕਸ਼ਯਪ ਦੀਆਂ ਦੋਨੋਂ ਗੈਂਗ ਆਫ ਵਾਸੇਪੁਰ ਦੋਨੋਂ ਬਹੁਤ ਘੈਂਟ ਲੱਗਦੀਆਂ ਨੇ, ਹੈ ਨਾ। ਜਾਂ ਮੈਨੂੰ ਰਾਜਕੁਮਾਰ ਹਿਰਾਨੀ ਜੀ ਬਹੁਤ ਘੈਂਟ ਲੱਗਦੇ ਨੇ, ਹੈ ਨਾ। ਹਾਲਾਂਕਿ ਦੋਨੋਂ ਅਲੱਗ ਉੱਧਰ, ਇੱਕ ਰੌਰਵ ਸਿਨੇਮਾ ਆ, ਇੱਕ ਰਾਜਕੁਮਾਰ ਹਿਰਾਨੀ ਜੀ ਵਾਲਾ ਸਿਨੇਮਾ ਆ ਗਿਆ, ਹੈ ਨਾ। ਉਹਨਾਂ ਦੀ ਤਾਂ ਸਾਰੀਆਂ ਫਿਲਮਾਂ ਹੀ ਘੈਂਟ ਨੇ, ਹੈ ਨਾ, ਜੋ ਲਾ ਲਓ। ਸੋ ਪੰਜਾਬ 'ਚ ਗੱਲ ਕਰਾਂ ਤਾਂ ਅਨੁਰਾਗ ਸਿੰਘ ਭਾਜੀ, ਜਿਨ੍ਹਾਂ ਨੇ 1984 ਬਣਾਈ ਸੀ, ਉਹ ਮੈਨੂੰ ਬਹੁਤ ਘੈਂਟ ਲੱਗਦੇ ਆ। ਸੋ ਬਾਕੀ ਬਲਜੀਤ ਸਿੰਘ ਦਿਓ ਮੇਰੇ ਉਸਤਾਦ ਜੀ, ਉਹਨਾਂ ਦਾ ਕੰਮ ਮੈਨੂੰ ਬਹੁਤ ਘੈਂਟ ਲੱਗਦਾ। ਉਹਨਾਂ ਨਾਲ ਤਾਂ ਮੈਂ ਸਿਖਾਇਆ ਵੀ ਬਹੁਤ ਕੁਛ ਉਹਨਾਂ ਨੇ। ਸੋ ਅਤੇ ਉਹਨਾਂ ਦਾ ਕੰਮ ਵੀ ਬਹੁਤ, ਮੈਨੂੰ DOP ਬਾਕਮਾਲ DOP ਨੇ, ਡਾਇਰੈਕਟਰ ਵੀ ਬਾਕਮਾਲ ਨੇ ਉਹ। ਸੋ ਬਲਜੀਤ ਭਾਈ ਦਾ ਧੰਨਵਾਦ। ਫੀਮੇਲ ਲੀਡ ਸ੍ਰਿਸ਼ਟੀ ਜੈਨ ਸਾਡੇ ਨਾਲ। ਕੀ ਹਾਲ ਜੀ?
ਵਧੀਆ ਕੈਂਟ ਹੋ ਕੈਟ ਵੈਲਕਮ ਟੂ ਪੰਜਾਬੀ ਇੰਡਸਟਰੀ ਥੈਂਕ ਯੂ ਸੋ ਮਚ ਕਿੱਦਾਂ ਦਾ ਰਿਹਾ ਪਹਿਲੀ ਪੰਜਾਬੀ ਫਿਲਮ ਦਾ ਐਕਸਪੀਰੀਅੰਸ ਇਸ ਤੋਂ ਪਹਿਲਾਂ ਤੁਸੀਂ ਪੰਜਾਬੀ ਫਿਲਮਾਂ ਦੇਖਦੇ ਹੋ ਨਹੀਂ ਪੰਜਾਬੀ ਗਾਣੇ ਸੁਣਦੇ ਹੁੰਦੇ ਸੀਗੇ गाने तो डेफिनेटली है गाने आई थिंक पूरा इंडिया का पूरा वर्ल्ड सुनता है बट फिल्म नहीं देखी थी बट हाँ जब काम करना शुरू किया तब बीच में जहाँ जहाँ टाइम मिला आई डिड वॉच अ फ्यू फिल्म्स और या ਓਕੇ ਅੱਛਾ ਇੱਥੇ ਆ ਕੇ ਨਾ ਜਦੋਂ ਕੋਈ ਬੰਦਾ ਪੰਜਾਬ ਦੇ ਵਿੱਚ ਆਉਂਦਾ ਨਾ ਜਾਂ ਫਿਰ ਕਿਤੇ ਵੀ ਨਵੀਂ ਥਾਂ ਤੇ ਜਾਂਦਾ ਨਾ ਉੱਥੇ ਜਾ ਕੇ ਨਾ ਉੱਥੇ ਦੀ ਲੈਂਗੁਏਜ ਸਿੱਖਣ ਦੇ ਲਈ ਜਾਂ ਫਿਰ ਕੁਝ ਇਦਾਂ ਦੇ ਵਰਡਸ ਹੈ ਨਾ ਜੋ ਸੁਣਨ ਦੇ ਵਿੱਚ ਬਹੁਤ ਸੋਹਣੇ ਲੱਗਦੇ ਹੈ ਨਾ ਉਹ ਸਿੱਖਦਾ ਹੀ ਸਿੱਖਦਾ ਇੱਥੇ ਆ ਕੇ ਕਿਹੜੇ ਕਿਹੜੇ ਨਵੇਂ ਵਰਡਸ ਤੁਸੀਂ ਸਿੱਖੇ ਤੇ ਉੱਥੇ ਜਾ ਕੇ ਹੁਣ ਬੋਲਦੇ ਹੋ लैंग्वेज ही पूरी सीखी है बट आई थिंक अब माई मॉम ऑल्सो टेल्स जैसे पहले अगर मुझे बुलाती थी या कुछ हाँ मम्मा अब क्या हाँ जी ये हो गया फिक्स हो गया ये दिस इज़ वॉट आई रिस्पॉन्ड नाउ एंड मुझे अच्छा लगता है इट्स सो स्वीट ना कोई आपसे पूछे ओके हाँ जी और उसके अलावा आई थिंक बहुत सारे वर्ड स्यापा आई स्टार्टेड टू से अ लॉट और कलेश ऑल जितने भी ऐसे वर्ड्स हैं सब बहुत अब इंक्लूड होने लग गए हैं बिना कोशिश के ही मैं नॉर्मली भी जब बात करती हूँ ਓਕੇ ਸੋ ਇਹ ਵਰਡ ਹੁਣ ਤੁਸੀਂ ਰੈਗੂਲਰ ਰੂਟੀਨ ਦੇ ਵਿੱਚ ਬੋਲਦੇ ਹੋ ਕੀ ਬਾਤ ਹੈ ਸੋ ਜਦੋਂ ਇਹ ਤੁਹਾਨੂੰ ਫਿਲਮ ਮਿਲੀ ਫਿਲਮ ਦਾ ਜਦੋਂ ਤੁਸੀਂ ਕਨਸੈਪਟ ਸੁਣਿਆ ਉਸ ਤੋਂ ਬਾਅਦ ਕਿੰਨਾ ਕੁ ਸੋਚਣਾ ਪਿਆ ਇਹ ਕਨਸੈਪਟ ਤੋਂ ਬਾਅਦ ਜਾਂ ਫਿਰ ਤੁਹਾਨੂੰ ਸੀਗਾ ਕਿ ਨਾਲ ਕਿ ਹਾਂ ਯਾਰ मैं किसी पंजाबी फिल्म 'ਚ काम करना थे यस कर देनी एक्चुअली जब ये ऑफ़र हुआ था मुझे तब ये एक वेब सीरीज़ होनी थी फिल्म नहीं बट ऑनेस्टली जब मैंने एक तो मुझे आई लव चैलेंजिंग माई सेल्फ तो द फैक्ट कि एक नई लैंग्वेज सीखूंगी और एक अलग इंडस्ट्री में जाके आई विल गेट टू परफॉर्म वो वैसी आइडिया मुझे बहुत अच्छा लगा और पंजाब इज़ एनी वे डूइंग सो वेल पंजाबी इंडस्ट्री इज़ डूइंग अमेजिंग बट जब अमीक से मिलकर मैंने कॉन्सेप्ट सुना अपने कैरेक्टर के बारे में सुना लाइक ये मुझे करना है क्योंकि ऐसा कैरेक्टर मैंने अभी तक प्ले नहीं किया है जहाँ पर मेरे पास मेकअप का फ़िल्टर नहीं है जहाँ पे आई एम नॉट लुकिंग ब्यूटिफुल बट आई एम क्रिएटिंग एन इम्पैक्ट कि मेरी सारा फोकस कुछ डिस्ट्रैक्ट करने के लिए नहीं है यू नो ना बाल उड़ रहे हैं ना वो सब हो रहा है इट्स मी and my performance and I think that I always wanted to do something like this and I'm glad that I got to do it ਓਕੇ ਸੋ ਘਰਦਿਆਂ ਦਾ ਕੀ ਰਿਸਪੌਂਸ ਰਿਹਾ ਸੀਗਾ ਕਿ ਜਦੋਂ ਤੁਸੀਂ ਉਹਨਾਂ ਨੂੰ ਦੱਸਿਆ ਕਿ ਮੈਂ ਪੰਜਾਬ ਜਾ ਕੇ ਕੰਮ करना मैं पंजाबी इंडस्ट्री ਦੇ ਵਿੱਚ ਕੰਮ करना वो लोग तो बहुत एक्साइटेड थे दे वर लाइक कि बिल्कुल बिकॉज मेरे पेरेंट्स ने हमेशा ही मुझे कहा है कि चैलेंज योर सेल्फ और कभी कोई नई चीज़ करने से पहले डोंट बी स्कैर्ड एंड यू नो तो जब मैंने उनको पहली बार बोला कि मम्मा ऐसे ऐसे आया है क्या करूँ शी लाइक जाकर go she's like you'll learn a new language you'll be a part of a new industry बिल्कुल करना चाहिए and they were very happy अभी भी जब मम्मा को मैंने ट्रेलर भेजा कुछ हमारे पास कल आ गया था she was very very happy and I think किसी ने एक्सपेक्ट नहीं किया था क्योंकि नए लोग हैं ना पूरी टीम न्यू थी सब नए हैं I don't think anybody expected कि ऐसा तहलका मचाएंगे हम हमारी फैमिलीज़ ने भी नहीं एक्सपेक्ट किया था मैं अभी बाहर भी आई वाज टॉकिंग टू अमीक्स पेरेंट्स एंड अंकल भी वही बोल रहे थे कि पता था कुछ कर रहे हो पर ये नहीं पता था कि ऐसा कर रहे हो तो या द रिस्पॉन्स हैज़ बीन अमेजिंग